ਰਾਹੁਲ ਗਾਂਧੀ ਤੋਂ ਸਮਾਂ ਮੰਗ ਲਿਆ ਕਿ ਸਾਨੂੰ ਸਮਾਂ ਦਿੱਤਾ ਜਾਵੇ, ਅਸੀਂ ਮਿਲਣਾ। ਪਿਛਲੇ ਦਿਨੇ ਤੁਸੀਂ ਵੇਖਿਆ ਹੋਣਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਹੜੇ ਹੈਗੇ ਨੇ ਤਾਮਿਲ ਦੇ ਮੁੱਖ ਮੰਤਰੀ ਦੇ ਨਾਲ ਮੀਟਿੰਗ ਹੁੰਦੀ ਹੈ, ਮਮਤਾ ਬੈਨਰਜੀ ਦੇ ਨਾਲ ਜਿਹੜੀ ਮੀਟਿੰਗ ਹੁੰਦੀ ਹੈ। ਕੀ ਲੱਗਦਾ ਕਿ ਹੁਣ ਕਾਂਗਰਸ ਦੇ ਨਾਲ ਜੇ ਮੀਟਿੰਗ ਹੋਊ ਤੇ ਪੰਜਾਬ ਵਾਲਿਆਂ ਦਾ ਕੀ ਹੋਊ? ਪ੍ਰਤਾਪ ਸਿੰਘ ਬਾਜਵਾ, ਅਮਰਿੰਦਰ ਸਿੰਘ ਰਾਜਾ ਬਣਨਗੇ। ਇਸ ਤਰ੍ਹਾਂ ਇਹਨਾਂ ਦਾ ਐ ਪੂਰਾ ਇੱਟ ਕੁੱਤੇ ਵਾਲਾ ਪੈਰਾ ਪੰਜਾਬੀ 'ਚ ਕਹਿ ਦਈਏ ਤੇ ਫਿਰ ਹੁਣ ਇੱਥੇ ਕੀ ਬਣੂ? ਅੱਖਾਂ ਚ ਅੱਖਾਂ ਪਾ ਕੇ ਗੱਲ ਕਰੋ ਬਾਜਵਾ ਸਾਹਿਬ, ਤੁਹਾਨੂੰ ਬਖਸ਼ਿਆ ਨਹੀਂ ਜਾਊਗਾ, ਇਹ ਨਹੀਂ ਹੋਊਗਾ, ਜੇਲ੍ਹਾਂ 'ਚ ਸਿੱਟਾਂਗੇ। ਉਹ ਜਿਹੜੇ ਦੋਨੇ ਟਕਰਾਅ ਨੇ ਉਹ ਦੋਨੇ ਆਪਾ ਵਿਰੋਧੀ ਨੇ। ਲੱਗਦਾ ਕਿ ਹੁਣ ਪੰਜਾਬ ਦੇ ਵਿੱਚ ਫਿਰ ਜਿਹੜੇ ਲੀਡਰ, ਜਿਵੇਂ ਮੈਂ ਪ੍ਰਤਾਪ ਸਿੰਘ ਬਾਜਵਾ ਦੀ ਗੱਲ ਕੀਤੀ ਹੈ, ਸੁਖਪਾਲ ਸਿੰਘ ਖਹਿਰਾ ਦੀ ਗੱਲ ਤੁਸੀਂ ਵੀ ਕੀਤੀ ਹੈ, ਹੁਣ ਕੀ ਫਿਰ ਇਕੱਠੇ ਬੈਠਣਗੇ ਕਿ ਰਾਹੁਲ ਗਾਂਧੀ ਦੀ ਗੱਲ ਮੰਨਣਗੇ ਜਾਂ ਫਿਰ ਕਾਂਗਰਸ ਤੋਂ ਆਊਟ ਹੋਣਾ ਪਵੇਗਾ? ਰਾਹੁਲ ਗਾਂਧੀ ਨੇ ਉਧਰ ਸਮਝੌਤਾ ਕਰ ਲਿਆ ਕੇਜਰੀਵਾਲ ਨਾਲ ਲੜ ਕੇ ਫੀਸਲ ਚੋਣਾਂ ਲੜਨ ਦਾ, ਠੀਕ ਹੈ ਨਾ। ਫਿਰ ਤਾਂ ਪੰਜਾਬ ਦੇ ਵਿੱਚ ਵੀ ਇਹ ਇੱਕਮਿਕ ਹੋ ਜਾਣੇ ਆ, ਫਿਰ ਤਾਂ ਓਪੋਜੀਸ਼ਨ ਜਿਹੜੀ ਵਿਰੋਧੀ ਧਿਰ ਉਹੀ ਖਤਮ ਹੋ ਜਾਏਗੀ। ਭਗਵੰਤ ਸਿੰਘ ਮਾਨ ਜਦੋਂ ਮੁੱਖ ਮੰਤਰੀ ਨਹੀਂ ਸੀ, ਉਹਦੇ ਅਕਸਰ ਸਟੇਟਾਂ ਤੋਂ ਇਹ ਗੱਲ ਬੋਲਦੇ ਸੀ ਕਿ ਜਿੰਨੇ ਕਿ ਸਿੱਟਾਂ ਬਣਦੀਆਂ ਨੇ, ਕੋਈ SIT ਬਣਦੀ ਹੈ, ਇਹ ਜੀ ਠੰਡੇ ਵਾਸਤੇ ਤੇ ਪਾ ਦਿੱਤੀ ਜਾਂਦੀ ਹੈ। ਹੁਣ ਵੀ ਉਹੀ ਨਹਿਰ ਦੇ ਨੇ ਪਰੜੀ ਚੱਲਣ ਦੀ ਗੱਲ ਹੁੰਦੀ। ਹਰਜਿੰਦਰ ਪੰਜਾਬੀ 'ਚ ਕਹਿੰਦੇ ਵੀ ਤੂੰ ਵੀ ਉਸੇ ਪਰੜੀ ਤੁਰ ਪਿਆ, ਉਸੇ ਰਾਏ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਦੇ ਤੁਰ ਪਏ। ਜਿਹਨਾਂ ਨੂੰ ਲੱਗਦਾ ਵੀ ਇਹ ਦੋਸ਼ੀ ਨੇ, ਇਹ ਹੈਗੇ ਨੇ ਸੱਚਮੁੱਚ ਵੀਡੀਓ ਦੇ ਵਿੱਚ ਇਹ ਨੇ, ਫਿਰ ਉਹਨਾਂ ਨੂੰ ਇੰਨਾ ਜਿਹੜਾ ਹੈਗਾ ਇਸ ਮਸਲੇ ਨੂੰ ਉਲਝਾਉਣ ਦੀ ਕੀ ਲੋੜ ਸੀ? ਜਿਵੇਂ ਕਟਾਰੂ ਚੱਕ ਨੂੰ ਬਚਾ ਰਹੇ ਹੁੰਦੇ ਨੇ, ਜਿਵੇਂ ਕਿਤੇ ਨਾ ਕਿਤੇ ਜਿਹੜਾ ਹੈਗਾ ਪਿਛਲੇ ਦਰਵਾਜ਼ੇ ਰਾਹੀਂ ਉਹਨਾਂ ਨੂੰ ਬਚਾ ਕੇ ਲੰਘਾਇਆ ਜਾ ਰਿਹਾ। ਇਸ ਮਸਲੇ ਦੇ ਉੱਤੇ BJP ਖੜੀ ਹੈ, BJP ਵੀ ਕਹਿ ਰਹੀ ਹੈ ਵੀ ਕਾਰਵਾਈ ਹੋਵੇ ਕਟਾਰੂ ਚੱਕ ਤੇ, ਪਰ ਜੇ ਇਸ ਦੇ ਮਾਮਲੇ ਤੇ ਜੇ ਕੋਈ ਕਾਰਵਾਈ ਨਹੀਂ ਹੁੰਦੀ ਤਾਂ ਭਗਵੰਤ ਸਿੰਘ ਮਾਨ ਵੀ ਜਵਾਬਦੇਹ ਹੋਣਾ ਪਵੇਗਾ ਤੇ ਦੂਸਰੇ ਪਾਸੇ ਰਾਜਪਾਲ ਨੂੰ ਦੂਜਾ ਜਿਹੜਾ ਰਸਤਾ ਅਖਤਿਆਰ ਕਰਨਾ ਪਊਗਾ। ਹੋ ਸਕਦਾ ਪੰਜਾਬ ਦੀ ਲੀਡਰਸ਼ਿਪ ਇਸ ਕਰਕੇ ਚੁੱਪ ਕਰ ਗਈ ਹੋਵੇ ਵੀ ਆਪਾਂ ਕਿਹੜਾ ਇਸ ਮਸਲੇ ਤੇ ਹੁਣ ਇੱਕ ਵਾਰੀ ਅੱਖਾਂ ਮੀਚ ਲਓ ਵੀ, ਕਿਉਂਕਿ ਉਧਰ ਰਾਹੁਲ ਗਾਂਧੀ ਨਾਲ ਮੀਟਿੰਗ ਵੀ ਚੱਲ ਰਹੀ। ਸਤਿ ਸ਼੍ਰੀ ਅਕਾਲ, ਤੁਸੀਂ ਲੋਕਰਾਏ TV ਦੇਖ ਰਹੇ ਹੋ ਤੇ ਮੈਂ ਹਾਂ ਪਰਮਿੰਦਰ ਸਿੰਘ। ਆਸ ਕਰਦਾ ਤੁਸੀਂ ਸਭ ਠੀਕ ਠਾਕ ਹੋਵੋਗੇ ਤੇ ਹਮੇਸ਼ਾ ਦੀ ਤਰ੍ਹਾਂ ਮੇਰੇ ਸਾਥੀ ਹਰਜਿੰਦਰ ਸਿੰਘ ਨਾਲ ਹੈ, ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਪਰਮਿੰਦਰ, ਕੀ ਹਾਲ ਚਾਲ ਨੇ? ਬਹੁਤ ਆਨੰਦ, ਤੁਸੀਂ ਦੱਸੋ? ਚੜ੍ਹਦੀ ਕਲਾ ਚੋਂ। ਅੱਛਾ ਹਰਜਿੰਦਰ ਭਾਈ, ਸਭ ਤੋਂ ਪਹਿਲਾਂ ਤਾਂ ਅੱਜ ਜਿਹੜੀ ਗੱਲਬਾਤ ਕਰਨੀ ਹੈ ਉਹਦਾ ਜਿਹੜਾ ਸਿਸਟਮ ਹੈ ਉਹ ਅਲੱਗ ਹੈ। ਜਦੋਂ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਸੀ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕਿਹਾ ਸੀ ਅਸੀਂ ਕਿਸੇ ਦੇ ਨਾਲ ਕੋਈ ਵੱਖਰੀ ਰਾਜਨੀਤੀ ਨਹੀਂ ਕਰਾਂਗੇ। ਦੂਸਰੇ ਪਾਸੇ ਉਹਨਾਂ ਨੇ ਇਹ ਗੱਲ ਕਹੀ ਸੀ ਵੀ ਅਸੀਂ ਕੋਈ ਧਾਰਮਿਕ ਰਾਜਨੀਤੀ ਨਹੀਂ ਕਰਨੀ, ਅਸੀਂ ਰਾਜਨੀਤੀ ਨੂੰ ਬਦਲਣਾ ਹੈ। ਜਿਹੜੇ ਪਹਿਲਾਂ ਰਾਜਨੀਤਿਕ ਲੋਕ ਕਰਦੇ ਸੀ, ਜਿਵੇਂ ਪਿਛਲੀਆਂ ਪਰਵੈਤੀ ਪਾਰਟੀਆਂ ਦੀ ਗੱਲ ਕਰ ਰਹੀਏ, ਉਹੀ ਉਹ ਲੱਗਦਾ ਨਹੀਂ ਤੁਹਾਨੂੰ ਉਸੇ ਪੈੜਾਂ ਦੇ ਵਿੱਚ ਚੱਲ ਰਹੇ ਨੇ? ਪਰਮਿੰਦਰ, ਤੁਹਾਡੀ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਇੱਕ ਕਹਾਵਤ ਸਾਂਝੀ ਕਰਨੀ ਚਾਹੁੰਦਾ। ਕਿਸੇ ਵਿਦਵਾਨ ਨੇ ਲਿਖਿਆ, ਰਾਜਨੀਤਿਕ ਵਿਦਵਾਨ ਨੇ, ਮਾਹਿਰ ਨੇ, ਕਹਿੰਦਾ ਵੀ ਰਾਜਨੀਤੀ ਹੈ ਨਾ ਜਿਹੜੀ, ਸੁੱਕਾ ਘਾਹ, ਇਹ ਨਹੀਂ ਪਤਾ ਕਿੰਨਾ ਚਿਰ ਸੁੱਕਾ ਪਿਆ ਰਹੇ ਤੇ ਜਦੋਂ ਹਰਾ ਹੋ ਜੇ ਤਾਂ ਹਰਾ ਹੋ ਜੇ। ਔਰ ਬਾਕੀ ਇਹ ਗੱਲ ਸਹੀ ਆ, ਜਦੋਂ ਇੱਕ ਨਵੀਂ ਰਾਜਨੀਤਿਕ ਧਿਰ ਸਾਡੇ ਸਮਾਜ ਦੇ ਵਿੱਚ ਸਿਸਟਮ 'ਚ ਖੜੀ ਹੁੰਦੀ ਆ, ਧਿਰ ਆਉਂਦੀ ਆ। ਮੇਰੇ ਉਹ ਦਿਨ ਯਾਦ ਆ ਜਦੋਂ ਅੰਨਾ ਹਜ਼ਾਰੇ ਅੰਦੋਲਨ ਖਤਮ ਹੋਇਆ, ਲਾਸਟ ਵਾਲੇ ਦਿਨ 290-95 ਦਿਨਾਂ ਦਾ ਉਹਨੇ ਸ਼ਾਇਦ ਆਪਣਾ ਮਰਨ ਵਰਤ ਰੱਖਿਆ ਸੀਗਾ। ਉਸ ਤੋਂ ਬਾਅਦ ਉਹਨੇ ਜੂਸ ਪੀ ਕੇ ਤੇ ਜਦੋਂ ਵਰਤ ਤੋੜਿਆ ਤੇ ਉੱਥੋਂ ਆਮ ਆਦਮੀ ਪਾਰਟੀ ਜਨਮ ਲੈਂਦੀ ਆ। ਅਰਵਿੰਦ ਕੇਜਰੀਵਾਲ, ਜੋਗਿੰਦਰ ਯਾਦਵ, ਪ੍ਰਸ਼ਾਂਤ ਭੂਸ਼ਣ, ਹੋਰ ਕਈ, ਕਿਰਨ ਬੇਦੀ, ਜਿਨ੍ਹਾਂ ਚੋਂ ਕੋਈ ਵੱਖ ਵੀ ਹੋ ਗਏ ਉਹਨਾਂ ਦੇ ਸਾਥੀ, ਉਹ ਸਾਰੇ ਨਾਲ ਚੱਲਦੇ ਚੱਲਦੇ ਤੇ ਉਹ ਪਾਰਟੀ ਪੈਦਾ ਹੋਈ, ਉਹਦੇ ਆਮ ਆਦਮੀ ਪਾਰਟੀ ਦਾ ਜਨਮ ਹੋਇਆ। ਉਸ ਤੋਂ ਬਾਅਦ ਉਹਨਾਂ ਨੇ ਪਾਰਟੀ ਦਾ ਸੰਵਿਧਾਨ ਬਣਾਇਆ। ਇੱਕ ਥੋੜੀ ਯਾਦ ਹੋਣਾ, ਪਾਰਟੀ ਦੀ ਇੱਕ ਕਿਤਾਬ ਆਈ ਸੀ ਸਵਰਾਜ। ਉਸ ਸਵਰਾਜ ਕਿਤਾਬ ਦੇ ਵਿੱਚ ਉਹਨਾਂ ਨੇ ਆਪਦੇ ਕਈ ਸਿਧਾਂਤ, ਕਈ ਰੂਲਸ ਲਿਖੇ ਸੀ ਵੀ ਅਸੀਂ ਪਾਰਟੀ ਬਣਾਈ ਹੈ, ਸਾਡਾ ਸੰਵਿਧਾਨ ਆ, ਅਸੀਂ ਆਹ ਗੱਲਾਂ ਨਹੀਂ ਕਰਾਂਗੇ ਜੀ। ਉਹਦੇ ਵਿੱਚ ਇੱਕ ਇਹ ਵੀ ਸੀ ਵੀ ਕਦੇ ਵੀ ਅਸੀਂ ਧਰਮ ਦੀ ਰਾਜਨੀਤੀ ਨਹੀਂ ਕਰਾਂਗੇ। ਦੂਸਰਾ ਇਹ ਸੀ ਕਿ ਅਸੀਂ ਰਾਜਨੀਤੀ ਬਦਲਣ ਆਏ ਹਾਂ, ਠੀਕ ਆ ਨਾ। ਤੇ ਉਹਨਾਂ ਦੇ ਵਿੱਚ ਕੁਛ ਉਹਨਾਂ ਦੇ ਰੂਲ ਇਹ ਵੀ ਸੀਗੇ ਕਿ ਅਸੀਂ ਆਪਦਾ ਨਰੋਲ, ਅਸੀਂ ਆਪਣਾ ਆਪ ਅਸੀਂ ਚੱਲਾਂਗੇ, ਵੀ ਅਸੀਂ ਇਹ ਨਹੀਂ ਵੀ ਕਦੇ ਕੁਰਸੀ ਖਾਤਰ ਅਸੀਂ ਕਿਸੇ ਨਾਲ ਗੱਠਜੋੜ ਕਰੀਏ, ਕਿਸੇ ਨੂੰ ਨਾਲ ਜੋੜ ਗਏ, ਵੋਟਾਂ ਖਾਤਰ ਵਰਤ ਗਏ, ਠੀਕ ਹੈ ਨਾ। ਪਰ ਉਹ ਜਿਵੇਂ ਕਹਿੰਦੇ ਹੁੰਦੇ ਨੇ, ਰਾਜਨੀਤਿਕ ਰੀਤੀ 'ਚ ਕੁਛ ਵੀ ਸੰਭਵ ਨਹੀਂ ਹੈ ਜਦੋਂ ਸਾਹਮਣੇ ਕੁਰਸੀ ਦਿਖ ਰਹੀ ਹੁੰਦੀ ਆ। ਪਹਿਲਾਂ ਇੱਕ ਵਿਧਾਇਕ ਇਹ ਵੀ ਗੱਲ ਕਹਿੰਦੇ ਕਿ ਰਾਜਨੀਤੀ ਦੇ ਵਿੱਚ ਕੁਝ ਸਿੱਥਰ ਨਹੀਂ, ਕੁਝ ਵੀ ਹੋ ਸਕਦਾ, ਕੁਝ ਵੀ ਹੋ ਸਕਦਾ। ਹਾਂ, ਕੁਝ ਦਿਨੇ ਵੀ ਤਾਰੇ ਦਿਖਾਏ ਜਾ ਸਕਦੇ ਨੇ, ਦਿਨੇ ਵੀ ਤਾਰੇ ਦਿਖੇ ਵੀ ਆ, ਦਿਖਾਉਂਦੇ ਨੇ ਲੀਡਰ, ਠੀਕ ਹੈ ਨਾ। ਆਪਾਂ ਨੂੰ ਕੋਲ ਨਹੀਂ ਹੁੰਦੇ ਸਿੱਖ ਚਿੱਲੀ ਦੇ ਸੁਪਨੇ,
ਐਂ ਕਰ ਦਿਆਂਗੇ ਉਹ ਕਰ ਦਿਆਂਗੇ ਹਨਾ, ਟਰੱਕ ਨੋਟਾਂ ਦਾ ਆਜੂ ਜੀ, ਫਲਾਨਾ ਹੋ ਜੂ ਹਨਾ, ਬੜੀਆਂ ਗੱਲਾਂ ਜਿਵੇਂ ਪਹਿਲਾਂ ਪਾਰਟੀਆਂ ਕਰਦੀਆਂ ਸੀ, ਪਾਰਟੀਆਂ ਕਰਦੀਆਂ ਹੁੰਦੀਆਂ ਸੀ। ਪਰ ਇਹਨਾਂ ਨੇ ਕਿਹਾ ਸੀ ਕਿ ਅਸੀਂ ਉਹ ਸਾਰਾ ਕੁਝ ਨਹੀਂ ਕਰਾਂਗੇ, ਅਸੀਂ ਵੱਖਰੀ ਰਾਜਨੀਤੀ ਬਦਲਾਂਗੇ ਹਨਾ। ਤਾਂ ਉਹਦੇ ਵਿੱਚ ਕੀ ਕਿ ਤੁਸੀਂ ਇਹ ਦੇਖੋ ਵੀ ਪਹਿਲਾਂ ਪਾਰਟੀਆਂ ਦੇ ਗੱਠਜੋੜ ਹੁੰਦੇ ਆਏ ਆ, ਠੀਕ ਹੈ ਨਾ, ਪੁਰਾਣੇ ਸਮੇਂ ਤੋਂ। ਜਦੋਂ ਤੋਂ ਆਪਾਂ ਸੁਰਤ ਸੰਭਾਲੀਏ ਦੇਖਦੇ ਹਾਂ, ਕਈ ਪਾਰਟੀਆਂ ਕਈ ਸੀਟਾਂ ਤੇ ਸਮਝੌਤੇ ਕਰਕੇ ਉਹ ਆਪਣਾ ਚੋਣਾਂ ਲੜਦੀਆਂ ਨੇ। ਆਮ ਆਦਮੀ ਇਸ ਦਾ ਅਕਾਲੀ ਦਲ ਦਾ ਲੰਬਾ ਟਾਈਮ ਬੀਜੇਪੀ ਨਾਲ ਸਮਝੌਤਾ ਰਿਹਾ, ਪਿੱਛੇ ਜੇ ਆ ਕੇ ਕਿਸਾਨੀ ਸੰਕਟ ਵੇਲੇ ਉਹ ਆ ਕੇ ਸਮਝੌਤਾ ਟੁੱਟ ਗਿਆ, ਜਿਹਨੂੰ 9 ਮਾਸ ਦਾ ਰਿਸ਼ਤਾ ਕਹਿੰਦੇ ਸੀ, ਜਾਂ ਜਿਹਨੂੰ ਕਦੇ ਇਹ ਕਹਾਵਤਾਂ ਕਹੀਆਂ ਜਾਂਦੀਆਂ ਸੀ ਕਿ ਬੀਜੇਪੀ ਦਾ ਅਕਾਲੀ ਦਲ ਨਾਲ ਹਸਬੈਂਡ ਵਾਈਫ ਵਾਲਾ ਰਿਸ਼ਤਾ, ਇਹ ਕਦੇ ਟੁੱਟ ਹੀ ਨਹੀਂ ਸਕਦਾ, ਪਰ ਟੁੱਟ ਜਾਂਦੇ ਆ ਰਿਸ਼ਤੇ, ਹੈ ਨਾ। ਰਾਜਨੀਤਿਕ ਜਿਹੜੇ ਰਿਸ਼ਤੇ ਹੁੰਦੇ ਆ ਸਿਰਫ ਮੰਤਵ ਦੇ, ਸਿਰਫ ਮਕਸਦ ਤੱਕ ਸੀਮਿਤ ਹੁੰਦੇ ਨੇ। ਤਾਂ ਹੁਣ ਜਿਹੜਾ ਹੈਗਾ ਇਸ ਵਕਤ ਕੀ ਦਿਖ ਰਿਹਾ ਆਮ ਆਦਮੀ ਪਾਰਟੀ ਨੂੰ, ਆਪਾਂ ਗੱਲ ਕਰੀਏ ਜਾਂ ਅਰਵਿੰਦ ਕੇਜਰੀਵਾਲ ਸਾਹਿਬ ਨੂੰ, ਕਿ ਹੁਣ ਅੱਗੇ 2024 ਦੇ ਇਲੈਕਸ਼ਨ ਆ ਗਏ। ਆਮ ਆਦਮੀ ਪਾਰਟੀ ਹੁਣ ਪਿੱਛੇ ਜੇ ਗੁਜਰਾਤ ਦੀਆਂ ਜਿਹੜੀਆਂ ਚੋਣਾਂ ਲੰਘ ਗਈਆਂ, ਗੁਜਰਾਤ ਹਿਮਾਚਲ ਦੇ ਵਿੱਚ ਹੋਈਆਂ, ਉਹਦੇ ਵਿੱਚ ਆਮ ਆਦਮੀ ਪਾਰਟੀ ਇੱਕ ਨੈਸ਼ਨਲ ਪਾਰਟੀ ਬਣ ਗਈ ਆ। ਉਹਦੇ ਵਿੱਚ ਗੁਜਰਾਤ ਦੇ ਵਿੱਚ 5 ਇਹਨਾਂ ਦੇ MLA ਜਿੱਤੇ ਨੇ। ਇਹਨਾਂ ਦਾ ਜਿਹੜਾ ਵੋਟ ਰੇਸ਼ੋ ਆ ਉਹ ਕਾਂਗਰਸ ਤੋਂ ਕਿਤੇ ਜ਼ਿਆਦਾ ਆਇਆਗਾ, ਸੈਕੰਡ ਨੰਬਰ ਤੇ ਆਏ ਆ ਉਹਦੇ ਵਿੱਚ, ਹਨਾ, ਗੁਜਰਾਤ ਦੇ ਵਿੱਚ। ਤਾਂ ਉਸ ਰੇਸ਼ੋ ਤੋਂ ਬਾਅਦ ਇਹ ਇੱਕ ਨੈਸ਼ਨਲ ਪਾਰਟੀ ਬਣ ਗਈ ਆ। ਨੈਸ਼ਨਲ ਪਾਰਟੀ ਬਣਨ ਸਾਰ ਤਾਂ ਕੁਦਰਤੀ ਆ ਸਾਡੇ ਸੁਪਨੇ ਵੱਡੇ ਹੋ ਜਾਂਦੇ ਆ, ਫਿਰ ਸਾਨੂੰ CM ਤੋਂ ਬਾਅਦ PM ਦੀ ਬਿਲਕੁਲ ਕੀ ਲੋੜ ਕੀ। ਤੁਹਾਨੂੰ ਲੱਗਦਾ ਕਿ ਆਪਾਂ ਰਾਹੁਲ ਗਾਂਧੀ ਦੀ ਗੱਲ ਕੀਤੀ, ਹੁਣ ਕੇਜਰੀਵਾਲ ਨੇ ਪਿਛਲੇ ਦਿਨੀ ਰਾਹੁਲ ਗਾਂਧੀ ਤੋਂ ਸਮਾਂ ਮੰਗ ਲਿਆ। ਮੈਂ ਉੱਥੇ ਆ ਰਿਹਾ ਸੀ ਪਰਮਿੰਦਰ। ਹਾਂ ਜੀ, ਮੇਰਾ ਸਵਾਲ ਹੈ, ਰਾਹੁਲ ਗਾਂਧੀ ਤੋਂ ਸਮਾਂ ਮੰਗ ਲਿਆ ਕਿ ਸਾਨੂੰ ਸਮਾਂ ਦਿੱਤਾ ਜਾਵੇ, ਅਸੀਂ ਮਿਲਣਾ। ਪਿਛਲੇ ਦਿਨੇ ਤੁਸੀਂ ਵੇਖਿਆ ਹੋਣਾ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਹੜੇ ਹੈਗੇ ਨੇ, ਤਾਮਿਲ ਦੇ ਮੁੱਖ ਮੰਤਰੀ ਦੇ ਨਾਲ ਮੀਟਿੰਗ ਹੁੰਦੀ ਹੈ, ਮਮਤਾ ਬੈਨਰਜੀ ਦੇ ਨਾਲ ਜਿਹੜੀ ਮੀਟਿੰਗ ਹੁੰਦੀ ਹੈ। ਕੀ ਲੱਗਦਾ ਕਿ ਹੁਣ ਕਾਂਗਰਸ ਦੇ ਨਾਲ ਜੇ ਮੀਟਿੰਗ ਹੋਊ ਤੇ ਪੰਜਾਬ ਵਾਲਿਆਂ ਦਾ ਕੀ ਹੋਊ? ਪੰਜਾਬ ਦੇ ਵਿੱਚ ਤਾਂ ਵਿਰੋਧੀ ਧਿਰ ਦੇ ਨੇਤਾ ਨੇ, ਜਿਹੜੀ ਕਾਂਗਰਸ ਹੈ, ਵਿਰੋਧੀ ਧਿਰ ਦੇ ਜਿਹੜੇ ਨੇਤਾ ਨੇ, ਆਪਣਾ ਪ੍ਰਤਾਪ ਸਿੰਘ ਬਾਜਵਾ, ਅਮਰਿੰਦਰ ਸਿੰਘ ਰਾਜਾ ਬਣੇਗੇ। ਇਸ ਤੋਂ ਇਹਨਾਂ ਦਾ ਐ ਪੂਰਾ ਇੱਟ ਕੁੱਤੇ ਵਾਲਾ ਪੈਰਾ ਪੰਜਾਬੀ ਚ ਕਹਿ ਦਈਏ, ਤੇ ਫਿਰ ਹੁਣ ਐਤਕੀ ਇੱਥੇ ਕੀ ਬਣੂਗਾ? ਦੋਨੇ ਗੱਲਾਂ ਪਰਮਿੰਦਰ ਜੀ ਇਹ ਆਪਾ ਵਿਰੋਧੀ ਨੇ, ਇੱਕ ਦੂਸਰੇ ਦੇ ਆਪੋਜਿਟ ਖੜੀਆਂ ਨੇ, ਠੀਕ ਹੈ ਨਾ। ਇੱਕ ਪਾਸੇ ਜੇਕਰ ਆਪਾਂ ਸੈਂਟਰ ਦੀ ਰਾਜਨੀਤੀ ਵੱਲ ਨਜ਼ਰ ਮਾਰੀਏ, ਜਿਹੜੀ ਦਿੱਲੀ ਦੀ, ਸਿਰਫ ਦਿੱਲੀ ਸਟੇਟ ਦੀ ਗੱਲ ਕਰੀਏ, ਜਿੱਥੋਂ ਦੇ ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਨੇ ਤੀਸਰੀ ਵਾਰ ਦੇ, ਉਹਨਾਂ ਨੂੰ ਹੁਣ ਅੱਗੇ ਦਿਖ ਰਿਹਾ ਪੂਰਾ ਦੇਸ਼ ਵੀ ਮੈਂ ਹੁਣ ਅੱਗੇ, ਕਿਉਂਕਿ ਕੁਦਰਤੀ ਆ ਓਪੋਜੀਸ਼ਨ ਕੋਲੇ ਰਾਹੁਲ ਗਾਂਧੀ ਆ ਪ੍ਰਧਾਨ ਮੰਤਰੀ ਦਾ ਕੈਂਡੀਡੇਟ, ਉਹਨਾਂ ਨੂੰ ਇਹ ਸ਼ਾਇਦ ਐਲਾਨਣ ਕਾਂਗਰਸ, ਤਾਂ ਹੋਰ ਕੋਈ ਤੀਸਰਾ ਫਰੰਟ ਹੈ ਨਹੀਂ। ਤਾਂ ਹੁਣ ਆਮ ਆਦਮੀ ਪਾਰਟੀ ਇੱਕ ਨੈਸ਼ਨਲ ਪਾਰਟੀ ਬਣ ਗਈ ਆ। ਅਰਵਿੰਦ ਕੇਜਰੀਵਾਲ ਨੂੰ ਜਾਂ ਆਮ ਆਦਮੀ ਪਾਰਟੀ ਕਿਸੇ ਹੋਰ ਪਰਸਨ ਨੂੰ ਉਹ ਬਤੌਰ PM ਚੋਣ ਲੜਾਉਣਗੇ 2024 ਦੇ ਵਿੱਚ। ਤਾਂ ਪਾਰਟੀ ਲਈ ਕਈ ਵਾਰੀ ਕਿਤੇ ਐਡੀ ਵੱਡੀ BJP ਨਾਲ ਪੰਗਾ ਲੈਣਾ ਜਾਂ ਉਹਦਾ ਸਾਹਮਣਾ ਕਰਨਾ, ਕਿਤੇ ਨਾ ਕਿਤੇ ਇਹ ਲੱਗਦਾ ਹੋਣਾ ਵੀ ਸਾਨੂੰ ਇਕੱਠੇ ਨਾ, ਅਸੀਂ ਨਾਲ ਜਿਹੜੀਆਂ ਹੈਗੀਆਂ ਖੇਤਰੀ ਪਾਰਟੀਆਂ ਜਿਹੜੀਆਂ ਅਲੱਗ-ਅਲੱਗ ਸੂਬਿਆਂ ਦੇ ਵਿੱਚ ਆਪਣਾ ਬਹੁਤ ਚੰਗਾ ਪ੍ਰਦਰਸ਼ਨ ਕਰ ਰਹੀਆਂ, ਅਸੀਂ ਉਹਨਾਂ ਨਾਲ ਗੱਠਜੋੜ ਕਰਕੇ ਇੱਕ ਤੀਸਰੇ ਫਰੰਟ ਵਜੋਂ ਉਹਨਾਂ ਨੂੰ ਆਪਣੇ ਨਾਲ ਜੋੜ ਕੇ ਤੇ ਇੱਕ ਵੱਡੀ ਧਿਰ ਖੜੀ ਕਰਗੇ ਤੇ ਇੱਕ ਕੁਝ ਹਿੱਸਿਆਂ ਤੇ ਕਾਬਜ ਹੋਣ ਦੀ ਕੋਸ਼ਿਸ਼ ਕਰਾਂਗੇ। ਪੰਜਾਬ ਵਾਲਿਆਂ ਦਾ ਕੀ ਹੋਊਗਾ? ਮੈਂ ਉਸੇ ਪਾਸੇ ਆ ਰਿਹਾ। ਪਰ ਦੂਜੇ ਪਾਸੇ ਹਾਲਾਤ ਇਹ ਨੇ, ਹੁਣ ਹਮੇਸ਼ਾ ਆਪਾਂ ਇਹ ਗੱਲ ਕਰਦੇ ਹੁੰਦੇ ਆ ਕਿ ਦਿੱਲੀ ਦੀ ਰਾਜਨੀਤੀ ਨੂੰ ਪੰਜਾਬ ਦੀ ਰਾਜਨੀਤੀ ਨਾਲ ਜੋੜ ਕੇ ਕਦੇ ਨਹੀਂ ਦੇਖਿਆ ਜਾ ਸਕਦਾ। ਇਦੋਂ ਪਹਿਲਾਂ ਕੀ ਹੁੰਦਾ ਆਇਆ, ਦਿੱਲੀ 'ਚ ਅਸੀਂ ਆਹ ਕਰਤਾ ਜੀ, ਦਿੱਲੀ 'ਚ ਉਹ ਕਰਤਾ, ਦਿੱਲੀ 'ਚ ਆਏ ਆ ਜੀ, ਪਰ ਪੰਜਾਬ ਦੀ ਰਾਜਨੀਤੀ ਬਿਲਕੁਲ ਵੱਖਰੀ ਹੋ ਜਾਂਦੀ ਹੈ ਇੱਥੇ ਆ ਕੇ। ਦਿੱਲੀ ਇੱਕ ਹੋਰ ਤਰ੍ਹਾਂ ਦੀ ਸਟੇਟ ਆ, ਉਹ UT ਆ, ਉਹ ਇੱਕ ਕੈਪੀਟਲ ਆ ਇੰਡੀਆ ਦੀ ਜੀ। ਪੰਜਾਬ ਇੱਕ ਹੋਰ ਤਰ੍ਹਾਂ ਦੀ ਸਟੇਟ ਆ, ਪੰਜਾਬ ਦੇ ਲੋਕ ਇਮੋਸ਼ਨਲ ਬਹੁਤ ਆ, ਇੱਥੇ ਬਹੁਤ ਕੁਝ ਅਲੱਗ ਤਰ੍ਹਾਂ ਦਾ ਹੁੰਦਾ, ਦਿੱਲੀ ਨਾਲ ਬਿਲਕੁਲ ਨਹੀਂ ਇਹਨੂੰ ਕੰਪੇਅਰ ਕਰ ਸਕਦੇ ਆਪਾਂ। ਸੈਕੰਡ ਗੱਲ, ਕੇਜਰੀਵਾਲ ਸਾਹਿਬ ਨੇ ਸਮਾਂ ਮੰਗ ਲਿਆ ਰਾਹੁਲ ਤੋਂ, ਮਿਲਣਾ ਹੋ ਸਕਦਾ, ਰਾਜਨੀਤਿਕ ਕੁਝ ਵਿਚਾਰਾਂ ਹੋਣ, ਹੋ ਸਕਦਾ ਫਿਊਚਰ 'ਚ ਕੋਈ ਸਮਝੌਤਾ ਹੋ ਜੇ, ਉਹਨਾਂ ਦੇ ਵੀ ਇੰਨੀਆਂ ਸੀਟਾਂ ਤੇ ਤੁਸੀਂ ਚੋਣ ਲੜੋ, ਆਪਾਂ ਗੱਠਜੋੜ ਕਰਕੇ ਇਲੈਕਸ਼ਨ ਲੜਦੇ ਹਾਂ। ਪਰ ਇੱਥੇ ਬਿਲਕੁਲ ਅੱਖਾਂ 'ਚ ਅੱਖਾਂ ਪਾ ਕੇ ਗੱਲ ਕਰੋ ਬਾਜਵਾ ਸਾਹਿਬ, ਤੁਹਾਨੂੰ ਬਖਸ਼ਿਆ ਨਹੀਂ ਜਾਊਗਾ, ਇਹ ਨਹੀਂ ਹੋਊਗਾ, ਜੇਲ੍ਹਾਂ 'ਚ ਸਿੱਟਾਂਗੇ। ਉਹ ਜਿਹੜੇ ਦੋਨੇ ਟਕਰਾਅ ਨੇ, ਉਹ ਦੋਨੇ ਆਪਾ ਵਿਰੋਧੀ ਨੇ, ਦੋਨੇ ਇੱਕ ਦੂਸਰੇ ਦੇ ਆਪੋਜਿਟ ਨੇ, ਹੈ ਨਾ। ਹੁਣ ਇੱਥੇ ਕੀ ਆ, ਪੰਜਾਬ ਦੇ ਵਿੱਚ ਆਪ ਦੀ ਸਰਕਾਰ ਆ, ਨਰੋਲ ਆਪਣੀ ਆਪ ਦੀ ਸਰਕਾਰ ਆ, ਕਿਸੇ ਦੀ ਗੱਠਜੋੜ ਦੀ ਸਰਕਾਰ ਨਹੀਂ ਹੈ, ਬਹੁਤ ਵੱਡਾ ਬਹੁਮਤ ਆ 92 MLA ਦਾ, ਠੀਕ ਆ ਨਾ। ਹੁਣ ਇੱਥੇ ਲੇਟੈਸਟ ਇਹ ਵੀ ਆ ਕਿ ਭਗਵੰਤ ਮਾਨ ਸਾਹਿਬ ਆਪਣੇ ਚੰਨੀ ਜੀ ਦੇ ਮਗਰ ਪਏ ਹੋਏ ਨੇ। 31 ਤਰੀਕ ਤੱਕ ਦਾ ਸਮਾਂ ਦਿੱਤਾ ਹੋਇਆ ਸੀ ਕਿ 31 ਤਰੀਕ ਤੱਕ ਆਪਣੇ ਭਤੀਜੇ ਭਾਣਜਿਆਂ ਨੂੰ ਸਾਰਿਆਂ ਨੂੰ ਤੁਸੀਂ ਪੁੱਛ ਲਓ, ਉਹਨਾਂ ਨੂੰ ਹਾਜ਼ਰ ਕਰ ਲਓ, ਆਪਦੀ ਗੱਲ ਮੰਨ ਲਓ, ਤੇ ਨਹੀਂ ਫਿਰ 31 ਬਾਅਦ ਦੁਪਹਿਰ ਤੋਂ ਬਾਅਦ ਮੈਂ ਜਿਹੜਾ ਹੈਗਾ ਤੁਹਾਨੂੰ ਐਕਸ਼ਨ ਲਊਂਗਾ। ਪਹਿਲੀ ਗੱਲ ਤਾਂ ਮਾਨ ਸਾਹਿਬ ਨੂੰ ਇਹ ਦੱਸਣਾ ਬਣਦਾ, ਇਹ ਉਹਨਾਂ ਨੂੰ ਇੱਕ ਸੁਝਾਅ ਦੇਣਾ ਬਣਦਾ
ਕਿ ਅਗਰ ਤੁਹਾਡੇ ਕੋਲੇ ਕੋਈ ਖਿਡਾਰੀ ਇਸ ਤਰ੍ਹਾਂ ਦਾ ਐਜ਼ ਅ ਪ੍ਰੂਫ ਐਜ਼ ਅ ਐਵੀਡੈਂਸ ਬੈਠਾ ਜਿਹਨੇ ਇਹ ਗੱਲ ਤੁਹਾਨੂੰ ਦੱਸੀ ਆ, ਤਾਂ ਮੇਰੇ ਖਿਆਲ ਦੇ ਵਿੱਚ ਇਹ ਕੋਈ ਸੀਐਮ ਦਾ ਕੰਮ ਨਹੀਂ ਹੈ ਵੀ ਉਹ ਟਵੀਟ ਹੋ ਕੇ ਮਿਹਣੋ ਮਿਹਣੀ ਹੋਣ। ਤੁਸੀਂ ਟਵੀਟ ਕਰਕੇ ਪੋਸਟਾਂ ਪਾ ਕੇ ਦੱਸ ਰਹੇ ਹੋ, ਤੁਸੀਂ ਐਜ਼ ਅ ਸੀਐਮ ਸਿੱਧਾ ਵਿਜੀਲੈਂਸ ਨੂੰ ਆਰਡਰ ਕਰੋ, ਵਿਜੀਲੈਂਸ ਅੱਗੇ ਇਨਕੁਆਇਰੀ ਸ਼ੁਰੂ ਕਰੇ, ਚੱਕ ਕੇ ਅਗਰ ਚੰਨੀ ਹੈਗਾਗਾ ਦੋਸ਼ੀ ਹੈ ਤੁਹਾਨੂੰ ਚੱਕ ਕੇ ਜੇਲ੍ਹ 'ਚ ਸੁੱਟੋ, ਇਨਕੁਆਇਰੀ ਮਾਰਕ ਕਰੋ। ਕੀ ਲੱਗਦਾ ਕਿ ਹੁਣ ਪੰਜਾਬ ਦੇ ਵਿੱਚ ਫਿਰ ਜਿਹੜੇ ਲੀਡਰ, ਜਿਵੇਂ ਮੈਂ ਪ੍ਰਤਾਪ ਸਿੰਘ ਬਾਜਵਾ ਦੀ ਗੱਲ ਕੀਤੀ ਹੈ, ਸੁਖਪਾਲ ਸਿੰਘ ਖਹਿਰਾ ਦੀ ਗੱਲ ਤੁਸੀਂ ਵੀ ਕੀਤੀ ਹੈ, ਹੁਣ ਕੀ ਫਿਰ ਇਕੱਠੇ ਬੈਠਣਗੇ ਕਿ ਰਾਹੁਲ ਗਾਂਧੀ ਦੀ ਗੱਲ ਮੰਨਣਗੇ ਜਾਂ ਫਿਰ ਕਾਂਗਰਸ ਤੋਂ ਆਊਟ ਹੋਣਾ ਪਵੇਗਾ? ਮੈਨੂੰ ਲੱਗਦਾ ਵੀ ਪੰਜਾਬ ਦੇ ਸਮੀਕਰਨ ਬਿਲਕੁਲ ਵੱਖਰੇ ਨੇ। ਜਿਸ ਤਰ੍ਹਾਂ ਦਾ ਚੰਨੀ ਨਾਲ, ਜਿਸ ਤਰ੍ਹਾਂ ਦਾ ਖਹਿਰੇ ਨਾਲ ਔਰ ਹੋਰ ਵੀ ਕਈ ਕਾਂਗਰਸੀ ਆਗੂਆਂ ਨਾਲ ਸਰਕਾਰੀ ਆਪਣੇ ਜਿਹੜੇ ਹੈਗੇ ਨੇ ਧਿਰ ਦੇ, ਸੱਤਾ ਧਿਰ ਦੇ ਨੇ, ਸਿੰਘ ਫਸਦੇ ਰਹਿੰਦੇ ਨੇ। ਜਿਵੇਂ ਪਿੱਛੇ ਜੇ ਸੁਖਪਾਲ ਸਿੰਘ ਖਹਿਰਾ ਨੇ ਕਟਾਰੂ ਚੱਕ ਦੀ ਵੀਡੀਓ ਵਾਲਾ ਮਸਲਾ ਉਠਾਇਆ ਸੀ, ਉਸ ਤੋਂ ਬਾਅਦ ਕਾਫੀ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਸਰਕਾਰੀ ਧਿਰ ਨੂੰ, ਸੱਤਾ ਧਿਰ ਨੂੰ, ਠੀਕ ਹੈ ਨਾ। ਉਸ ਤੋਂ ਬਾਅਦ ਜਿਹੜਾ ਹੈਗਾਗਾ ਫਿਰ ਉਹ ਮਸਲਾ ਬੇਸ਼ੱਕ ਹਲੇ ਉਹ ਸਿੱਟ ਬਣਾਤੀ, ਉਹ ਵਿੱਚ ਉਹ ਜਿਵੇਂ ਕਹਿੰਦੇ ਠੰਡੇ ਵਾਸਤੇ ਪੈ ਗਿਆ। ਪਰ ਜਿਹੜੀ ਕਾਂਗਰਸ ਆ ਗਈ, ਮੈਨੂੰ ਨਹੀਂ ਲੱਗਦਾ ਵੀ ਪੰਜਾਬ ਦੇ ਵਿੱਚ ਇਹ ਕਦੇ ਵੀ ਆਪ ਨਾਲ ਮਿਲ ਕੇ ਚੱਲੂਗੀ। ਜੇਕਰ ਆਪ ਨਾਲ ਮਿਲ ਕੇ ਚੱਲਦੀ ਆ ਜੇ ਸੈਂਟਰ ਜੇ ਜਿਵੇਂ ਰਾਹੁਲ ਗਾਂਧੀ ਦਾ ਜੇ ਉੱਥੋਂ ਫਰਮਾਨ ਆ ਗਿਆ, ਫਿਰ ਕੀ ਲੱਗਦਾ ਕਿ ਵੱਖਰੇ ਵੱਖਰੇ ਸੁਰ ਹੋ ਜਾਣਗੇ? ਬੇਸ਼ੱਕ ਉਹਨਾਂ ਨੂੰ ਕਈ ਵਾਰ ਕੀ ਹੁੰਦਾ ਨਾ ਪਰਮਿੰਦਰ, ਵੀ ਇੱਕ ਜਿਹੜੀ ਹਾਈ ਕਮਾਂਡ ਹੁੰਦੀ ਆ, ਉਹਨਾਂ ਦੇ ਫੈਸਲੇ ਮੰਨਣੇ ਪੈਂਦੇ ਆ, ਉਹਨਾਂ ਨਾਲ ਹਾਂ 'ਚ ਹਾਂ ਹੁੰਗਾਰਾ ਭਰਨਾ ਪੈਂਦਾ, ਪਰ ਦਿਲ ਨਹੀਂ ਮਿਲਦੇ ਹੁੰਦੇ। ਬਹੁਤ ਵਾਰੀ ਹੋਇਆ ਜਦੋਂ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਸੀਐਮ ਹੁੰਦੇ ਸੀ, ਤਾਂ ਉਧਰ ਨਵਜੋਤ ਸਿੱਧੂ ਹੁੰਦੇ ਸੀਗੇ, ਹਾਈ ਕਮਾਂਡ ਦਾ ਫੈਸਲਾ ਮੰਨਣਾ ਪੈਂਦਾ ਹੁੰਦਾ ਸੀ, ਪਰ ਉਹਨਾਂ ਦੀ ਸੁਰ ਵੱਖਰੀ ਵੱਖਰੀ ਚੱਲਦੀ ਸੀ ਜੀ, ਉਹ ਆਪਦਾ ਅਲੱਗ-ਅਲੱਗ ਚੱਲਦੀ ਸੀ। ਹੋਰ ਵੀ ਪਾਰਟੀਆਂ ਨਾਲ ਇਸ ਤਰ੍ਹਾਂ ਹੁੰਦੇ ਆਏ ਹੈਗੇ। ਪਰ ਜਿਸ ਤਰ੍ਹਾਂ ਦੇ ਹਾਲਾਤ, ਮੈਂ ਪਹਿਲਾਂ ਉਹੀ ਗੱਲ ਕੀਤੀ ਹੈਗੀ, ਪੰਜਾਬ ਦੇ ਹਾਲਾਤ ਕੁਛ ਹੋਰ ਨੇ। ਜੇ ਇਸ ਤਰ੍ਹਾਂ ਦੀ ਗੱਲ ਹੋ ਗਈ, ਮੰਨ ਲਓ ਰਾਹੁਲ ਗਾਂਧੀ ਨੇ ਉਧਰ ਸਮਝੌਤਾ ਕਰ ਲਿਆ ਕੇਜਰੀਵਾਲ ਨਾਲ ਲੜ ਕੇ ਫੀਸਲ ਚੋਣਾਂ ਲੜਨ ਦਾ, ਠੀਕ ਹੈ ਨਾ, ਫਿਰ ਤਾਂ ਪੰਜਾਬ ਦੇ ਵਿੱਚ ਵੀ ਇਹ ਇੱਕਮਿਕ ਹੋ ਜਾਣੇ ਆ, ਫਿਰ ਤਾਂ ਓਪੋਜੀਸ਼ਨ ਜਿਹੜੀ ਵਿਰੋਧੀ ਧਿਰ ਉਹੀ ਖਤਮ ਹੋ ਜਾਏਗੀ। ਕੀ ਲੱਗਦਾ ਕਿ ਪੰਜਾਬ ਦੇ ਲੋਕਾਂ ਨੂੰ ਉਸ ਤਰੀਕੇ ਦਾ ਫਿਰ ਭੱਬਲ ਭੂਸਾ ਹੋ ਜਾਊਗਾ ਜੀ ਇਸ ਤਰ੍ਹਾਂ ਦਾ? ਸੇਮ ਉਹੀ ਗੱਲ ਆ ਨਾ, ਆਪਾਂ ਜਿਹੜੀਆਂ ਪਹਿਲਾਂ ਗੱਲਾਂ ਸੁਣਦੇ ਆਏ ਆ, ਪਹਿਲਾਂ ਇੱਕ ਗੱਲ ਇਹੀ ਹੁੰਦੀ ਸੀ, ਇਹ ਤਾਂ ਜੀ ਅਕਾਲੀ ਤੇ ਕਾਂਗਰਸੀ ਆਪਸ ਚ ਮਿਲੇ ਹੋਏ ਆ, ਜਾਂ ਕਾਂਗਰਸ ਵਾਲੇ ਕਹਿੰਦੇ ਹੁੰਦੇ ਸੀ, ਜਾਂ ਅਕਾਲੀ ਦਲ ਕਹਿੰਦੇ ਹੁੰਦੇ ਸੀਗੇ ਕਾਂਗਰਸ ਵਾਲੇ ਤੇ ਫਲਾਣੇ ਮਿਲੇ ਹੋਏ ਆ ਜੀ, ਇਹਨਾਂ ਦੀ ਇਹ ਚਾਲ ਆ। ਫਿਰ ਤਾਂ ਉਹੀ ਗੱਲ ਹੋ ਜਾਏਗੀ ਵੀ ਆਪਸ ਚ ਮਿਲ ਗਏ। ਫਿਰ ਤਾਂ ਬਹੁਤ ਸਾਰੀਆਂ ਗੱਲਾਂ ਦੇ ਵਿੱਚ ਜਿਹੜਾ ਹੁੰਦਾ ਹੈਗਾ, ਹੋ ਸਕਦਾ ਉਹ ਜਿਵੇਂ ਪਿਛਲੇ ਦਰਵਾਜ਼ੇ ਰਾਹੀਂ ਬਹੁਤ ਸਾਰੀਆਂ ਗੰਢ ਧੁੱਪਾਂ ਹੋ ਜਾਣ। ਬਹੁਤ ਸਾਰੇ ਮਸਲੇ ਆ ਜਿਹੜੇ ਪੰਜਾਬ ਦੇ, ਜਿਨ੍ਹਾਂ ਦੇ ਉੱਪਰ ਕਰਪਸ਼ਨਾਂ ਦੇ ਕੇਸ ਚੱਲ ਰਹੇ ਆ, ਇਨਕੁਆਰੀਆਂ ਹੋਣੀਆਂ ਬਣਦੀਆਂ, ਰਿਫਾਈਨਰੀ ਦਾ ਮਸਲਾ, ਇਹਦੀ ਕਿੱਡੀ ਵੱਡੀ ਇਨਕੁਆਰੀ ਚੱਲ ਰਹੀ ਸੀ ਉਹ, ਹੈ ਨਾ। ਹੋਰ ਵੀ ਇਸ ਤਰ੍ਹਾਂ ਦੇ ਹੈਗੇ ਆ, ਜਿੱਦਾਂ ਉਹ ਆਪਣਾ ਰੇਤੇ ਵਾਲਾ ਮਸਲਾ ਹੈਗਾ, ਉਧਰ ਜਿਹੜੇ ਹੈਗੇ ਆ ਖਾਣਾ ਲੱਗੀਆਂ ਹੋਈਆਂ ਨੇ ਰੇਤੇ ਦੀਆਂ, ਹੋਰ ਵੀ ਇਸ ਤਰ੍ਹਾਂ ਦੇ ਮਸਲੇ, ਉਹ ਤਾਂ ਫਿਰ ਠੰਡੇ ਵਾਸਤੇ ਪੈ ਜਾਣਗੇ। ਫਿਰ ਤਾਂ ਲੋਕਾਂ ਦੇ ਮਨਾਂ ਦੇ ਵਿੱਚ ਇੱਕ ਉਹੀ ਗੱਲ ਬੈਠ ਜਾਣੀ ਵੀ ਤਾਂ ਮਿਲ ਗਏ ਜੀ। ਔਰ ਸਭ ਤੋਂ ਵੱਡੀ ਜਿਹੜੀ ਗੱਲ ਆ, ਸਭ ਤੋਂ ਵੱਡਾ ਜਿਹੜਾ ਨੁਕਸਾਨ ਹੋਊਗਾ, ਵਿਰੋਧੀ ਧਿਰ ਨੇ ਹਮੇਸ਼ਾ ਸਰਕਾਰ ਨੂੰ ਅਗਾਹ ਕਰਨਾ ਹੁੰਦਾ, ਸਵਾਲ ਪੁੱਛਣੇ ਹੁੰਦੇ ਆ, ਸਰਕਾਰ ਦੀ ਨੁਕਤਾਚੀਨੀ ਕਰਨੀ ਹੁੰਦੀ ਆ, ਉਹਦੀ ਆਲੋਚਨਾ ਕਰਨੀ ਹੁੰਦੀ ਆ, ਸਾਰਥਿਕ ਆਲੋਚਨਾ। ਫਿਰ ਤਾਂ ਜਿਹੜੀ ਹੈਗੀ ਆ ਵਿਧਾਨ ਸਭਾ ਦੇ ਵਿੱਚ ਉਹ ਵਿਰੋਧੀ ਧਿਰ ਵੀ ਕਿਤੇ ਨਾ ਕਿਤੇ ਠੰਡੀ ਪੈ ਜਾਊਗੀ। ਸੋ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਅਗਰ ਇਸ ਤਰ੍ਹਾਂ ਹੁੰਦਾ ਤਾਂ ਮੈਨੂੰ ਲੱਗਦਾ ਵੀ ਵਿਰੋਧੀ ਧਿਰ ਬਹੁਤ ਕਮਜ਼ੋਰ ਹੋ ਜੂ, ਜਾਂ ਵਿਰੋਧੀ ਧਿਰ ਇੱਕ ਤਰ੍ਹਾਂ ਦੀ ਥੱਲੇ ਲੱਗ ਜੂ। ਜਾਂ ਲੱਗਦਾ ਕਿ ਪ੍ਰਤਾਪ ਸਿੰਘ ਬਾਜਵਾ ਜਾਂ ਸੁਖਪਾਲ ਸਿੰਘ ਖਹਿਰਾ ਜਾਂ ਰਾਜਾ ਵੜਿੰਗ ਇਹ ਨਾਲ ਚੱਲ ਪੈਣਗੇ? ਲੱਗਦਾ ਨਹੀਂ, ਇਹ ਮੇਰਾ ਆਪਣਾ ਨਿੱਜੀ ਵਿਚਾਰ ਆ, ਮੇਰੀ ਨਿੱਜਤਾ ਇਸ ਗੱਲ ਦੇ ਵਿੱਚ, ਇਸ ਕਥਨ ਦੇ ਵਿੱਚ। ਹੋ ਸਕਦਾ ਚੱਲ ਪੈਣ। ਉਹੀ ਗੱਲ ਆ ਨਾ, ਭਵਿੱਖ ਦਾ ਕਿਸੇ ਨੂੰ ਨਹੀਂ ਪਤਾ, ਭਵਿੱਖ ਕਿਸੇ ਨੇ ਨਹੀਂ ਵੇਖਿਆ, ਹੈ ਨਾ। ਭਵਿੱਖ ਦੇ ਵਿੱਚ ਇਹ ਪਤਾ ਹੀ ਨਹੀਂ ਹੁੰਦਾ ਵੀ ਕਿਹੜੇ ਵੇਲੇ ਕੀ ਹੋ ਜੇ। ਕਦੇ ਅੱਜ ਤੋਂ 5-7 ਸਾਲ ਪਹਿਲਾਂ ਆਪਾਂ ਕਦੇ ਸੋਚਿਆ ਸੀ, ਜਾਂ ਪਿਛਲੇ ਸਾਲ ਆਪਾਂ ਕਦੇ ਸੋਚਿਆ ਸੀ ਵੀ ਕੈਪਟਨ ਅਮਰਿੰਦਰ ਸਿੰਘ ਬੀਜੇਪੀ 'ਚ ਚਲੇ ਜਾਣਗੇ? ਸੋ ਪਰਮਿੰਦਰ, ਸਿਆਸਤ ਦਾ ਉੱਠ ਕਿਸ ਕਰਵਟ ਬੈਠਦਾ, ਇਹ ਤਾਂ ਭਵਿੱਖ ਹੀ ਜਾਣਦਾ ਹੁੰਦਾ, ਹੈ ਨਾ। ਸੋ ਕੁਛ ਵੀ ਹੋ ਸਕਦਾ, ਹੋ ਸਕਦਾ ਇੱਕਮਿਕ ਹੋ ਜਾਣ, ਹੋ ਸਕਦਾ ਦਿੱਲੀ 'ਚ ਇੱਕਮਿਕ ਹੋ ਜਾਣ, ਪਰ ਪੰਜਾਬ ਦੇ ਵਿੱਚ ਕਿਤੇ ਨਾ ਕਿਤੇ ਅੱਖ ਨਾ ਮਿਲੇ। ਸੋ ਇਹ ਤਾਂ ਭਵਿੱਖ ਹੀ ਦੱਸੂਗਾ। ਇੱਕ ਹੋਰ ਮੈਂ ਤੁਹਾਡੇ ਨਾਲ ਗੱਲ ਕਰਦਾ ਸੀ ਕਿ ਕਟਾਰੂ ਚੱਕ ਵਾਲੇ ਮਸਲੇ ਦੀ ਵੀ ਗੱਲ ਕਰਨੀ ਹਰਜਿੰਦਰ ਬਣਦੀ ਕਿ ਕਟਾਰੂ ਚੱਕ ਅਸ਼ਲੀਲ ਵੀਡੀਓ ਮਾਮਲੇ ਦੇ ਵਿੱਚ ਰਾਜਪਾਲ ਨੇ ਵੱਡਾ ਐਕਸ਼ਨ ਲਿਆ ਸੀ ਕਿ ਰਾਜਪਾਲ ਨੇ ਕਿਹਾ ਸੀ ਕਿ 1 ਮਹੀਨੇ ਦਾ ਸਮਾਂ ਦਿੱਤਾ ਜਾਂਦਾ ਤੁਹਾਨੂੰ, ਤੁਸੀਂ ਦੀ ਰਿਪੋਰਟ ਪੇਸ਼ ਕਰੋ। ਤੁਸੀਂ ਇਸ ਨੂੰ ਕਿਸ ਤਰ੍ਹਾਂ ਵੇਖਦੇ ਹੋ? ਕੀ ਲੱਗਦਾ ਕਿ ਇੱਥੇ ਕਾਰਵਾਈ ਹੋਵੇਗੀ? ਕਟਾਰੂ ਚੱਕ ਦੀ ਜਿਹੜੀ ਵੀਡੀਓ ਹੈ, ਉਹ ਕਾਂਗਰਸ ਦੇ ਇੱਕ ਲੀਡਰ ਸੁਖਪਾਲ ਸਿੰਘ ਖਹਿਰਾ ਵੱਲੋਂ ਉਹਨਾਂ ਦਿਨਾਂ ਦੇ ਵਿੱਚ
ਇਹ ਧਮਾਕਾ ਕੀਤਾ ਗਿਆ ਜਦੋਂ ਜਲੰਧਰ ਦੀ ਬਾਈ ਇਲੈਕਸ਼ਨ ਪੂਰੇ ਸਿਰ ਤੇ ਸੀ, ਜ਼ੋਰਾਂ ਤੇ ਸੀ। ਉਹਦੀ ਸੂਝ-ਬੂਝ ਕੇ ਉਹਨਾਂ ਨੇ ਵਾਇਰਲ ਨਹੀਂ ਕੀਤੀ ਤੇ ਸਿੱਧਾ ਰਾਜਪਾਲ ਨੂੰ ਸੌਂਪ ਦਿੱਤੀ। ਲੈਬ ਦੇ ਵਿੱਚ ਉਹਦੇ ਟੈਸਟ ਵਗੈਰਾ ਹੋਏ, ਜਾਂਚ ਹੋਈ ਤੇ ਉਸ ਤੋਂ ਬਾਅਦ ਉਹਨਾਂ ਨੇ ਰਾਜਪਾਲ ਨੇ ਆਪਣਾ ਪ੍ਰਤੀਕਰਮ ਦਿੱਤਾ ਕਿ ਬਿਲਕੁਲ ਜਿਸ ਪਰਸਨ ਦੇ ਉੱਤੇ ਦੋਸ਼ ਲੱਗਿਆ ਕਟਾਰੂ ਚੱਕ ਤੇ ਉਸੇ ਦੀ ਹੈ। ਉਸ ਤੋਂ ਬਾਅਦ ਇਲੈਕਸ਼ਨ ਹੋਏ ਹੈ ਨਾ, ਉਹਨਾਂ ਦਿਨਾਂ 'ਚ ਲੱਗਦਾ ਸੀ ਵੀ ਸਰਕਾਰ ਜਾਂ ਭਗਵੰਤ ਮਾਨ ਸਾਹਿਬ ਕੋਈ ਐਕਸ਼ਨ ਲੈਣਗੇ, ਠੀਕ ਹੈ ਨਾ, ਹੋ ਸਕਦਾ ਕਟਾਰੂ ਚੱਕ ਜੀ ਦੀ ਕੁਰਸੀ ਚਲੀ ਜਾਵੇ ਜਾਂ ਕੋਈ ਵੀ ਗੱਲਬਾਤ। ਪਰ ਉਸ ਤੋਂ ਬਾਅਦ ਉਹ ਗੱਲ ਠੰਡੇ ਵਾਸਤੇ ਪੈ ਗਈ। ਉਸ ਤੋਂ ਬਾਅਦ ਇੱਕ SIT ਬਣਾ ਦਿੱਤੀ ਗਈ, SIT ਆਪਣੀ ਜਾਂਚ ਕਰ ਰਹੀ ਹੈਗੀ। ਹੁਣ ਆਪਾਂ ਨੂੰ ਵੀ ਪਤਾ ਵੀ ਪਹਿਲਾਂ ਵੀ SITਆਂ ਬਹੁਤ ਬਣੀਆਂ ਨੇ। ਮੈਂ ਤੁਹਾਡੀ ਗੱਲ ਕਰਦੇ ਹਾਂ, ਭਗਵੰਤ ਸਿੰਘ ਮਾਨ ਜਦੋਂ ਮੁੱਖ ਮੰਤਰੀ ਨਹੀਂ ਸੀ ਉਹਦੇ ਅਕਸਰ ਸਟੇਟਾਂ ਤੋਂ ਇਹ ਗੱਲ ਬੋਲਦੇ ਸੀ ਕਿ ਜਿੰਨੇ ਕਿ ਸਿੱਟਾਂ ਬਣਦੀਆਂ ਨੇ, ਕੋਈ SIT ਬਣਦੀ ਹੈ, ਇਹ ਜੀ ਠੰਡੇ ਵਾਸਤੇ ਤੇ ਪਾ ਦਿੱਤੀ ਜਾਂਦੀ ਹੈ। ਹੁਣ ਵੀ ਉਹੀ ਨਹਿਰ ਦੇ ਕਹਿੰਦੇ ਪਰੜੀ ਚੱਲਣ ਦੀ ਗੱਲ ਹੁੰਦੀ, ਹਰਜਿੰਦਰ ਪੰਜਾਬੀ 'ਚ ਕਹਿੰਦੇ ਵੀ ਤੂੰ ਵੀ ਉਸੇ ਪਰੜੀ ਤੁਰ ਪਿਆ, ਉਸੇ ਰਾਹੇ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਦੇ ਤੁਰ ਪਏ। ਸੈੱਟ ਬਣਾਤੀ, ਠੰਡੇ ਵਾਸਤੇ ਪਾਉਣ ਦੇ ਲਈ 1 ਮਹੀਨੇ ਦਾ ਸਮਾਂ ਹੋ ਗਿਆ, ਹਜੇ ਤੱਕ ਕੋਈ ਜਵਾਬ ਨਹੀਂ। ਤਾਂ ਰਾਜਪਾਲ ਵੀ ਉਹਨਾਂ ਤੋਂ ਜਵਾਬ ਦੇ ਮੰਗਣਗੇ। ਹੁਣ ਮੈਂ ਇਸੇ ਗੱਲ ਤੇ ਆਉਣਾ ਤੁਹਾਡੀ ਤੇ, ਬਹੁਤ ਵਾਰ ਸਟੇਜਾਂ ਤੋਂ ਅਸੀਂ ਭਗਵੰਤ ਮਾਨ ਸਾਹਿਬ ਨੂੰ ਇਹ ਬੋਲਦਿਆਂ ਸੁਣਿਆ ਕਿ ਜਿਹੜੀ SIT ਹੁੰਦੀ ਆ ਇਹ ਤਾਂ ਇੱਕ ਤਰ੍ਹਾਂ ਦਾ ਇਹ ਸਮਝ ਲਓ ਵੀ ਠੰਡੇ ਵਾਸਤੇ ਪਾਉਣ ਵਾਲੀ ਗੱਲ ਹੁੰਦੀ ਹੈ। ਕਿੰਨੇ ਸਾਲਾਂ ਵੱਧੀ ਦੀਆਂ ਜਾਂਚਾਂ ਚੱਲਦੀਆਂ ਰਹਿੰਦੀਆਂ ਨੇ, ਕਿਸੇ ਸਿੱਟੇ ਤੇ ਨਹੀਂ ਪਹੁੰਚਦੇ। ਉਹ ਜਦੋਂ ਸਿੱਟੇ ਤੇ ਪਹੁੰਚਦੇ ਆ ਉਦੋਂ ਸਰਕਾਰ ਬਦਲ ਜਾਂਦੀ ਹੈ, ਹੋਰ SIT ਗਠਨ ਕਰ ਦਿੰਦੇ ਆ, ਠੀਕ ਹੈ ਨਾ। ਹੁਣ ਇੱਥੇ ਇੱਕ ਛੋਟਾ ਜਿਹਾ ਸਵਾਲ ਹੈ ਮਾਨਯੋਗ CM ਸਾਹਿਬ ਨੂੰ ਕਿ ਮਾਨਸਾ ਦੇ MLA ਤੇ ਇੱਕ ਦੋਸ਼ ਲੱਗੇ ਸੀ ਵਿਜੇ ਸਿੰਗਲਾ ਤੇ, ਉਹਨਾਂ ਨੂੰ ਝੱਟੋ ਪੱਟੀ ਐਕਸ਼ਨ ਕਰਕੇ ਅੰਦਰ ਭੇਜ ਦਿੱਤਾ ਗਿਆ। ਬਾਅਦ ਦੇ ਵਿੱਚ ਭਾਵੇਂ ਉਹ ਬਰੀ ਹੋ ਗਏ, ਰਿਹਾ ਹੋ ਗਿਆ, ਅਲੱਗ ਮਸਲਾ ਹੈਗਾ, ਪੁਲਿਸ ਤੋਂ ਜਿਹੜਾ ਹੈਗਾ ਉਸ ਤਰ੍ਹਾਂ ਦੀ ਹੈ ਨਾ, ਉਹ ਬਾਹਰ ਆ ਗਏ। ਬਠਿੰਡਾ ਦਿਹਾਤੀ ਦੇ ਵਿਧਾਇਕ ਅਮਿਤ ਰਤਨ, ਉਹਨਾਂ ਤੇ ਇੱਕ ਦੋਸ਼ ਲੱਗੇ, ਵੀਡੀਓ ਬਾਹਰ ਆਈ ਤਾਂ ਉਹਨਾਂ ਨੂੰ ਝਟਪਟ ਐਕਸ਼ਨ ਲੈ ਕੇ ਨਾਲ ਦੀ ਨਾਲ ਉਹ ਕਾਰਵਾਈ ਕਰਕੇ ਉਹ ਐਕਸ਼ਨ ਹੋਇਆ, ਠੀਕ ਹੈ ਨਾ। ਹੋਰ ਵੀ ਇਸ ਤਰ੍ਹਾਂ ਦੀਆਂ ਕਈ ਆਪਣੇ ਕੋਲੇ ਉਦਾਹਰਨਾਂ ਹੈਗੀਆਂ ਨੇ। ਅਗਰ ਇਸ ਮਾਮਲੇ ਦੇ ਵਿੱਚ, ਇਸ ਵੀਡੀਓ ਦੇ ਵਿੱਚ ਜਿਹੜੇ ਮੰਤਰੀ ਕਟਾਰੂ ਚੱਕ ਨੇ, ਜੋ ਦੋਸ਼ੀ ਨੇ, ਜੋ ਉਹਨਾਂ ਤੇ ਦੋਸ਼ ਲੱਗੇ ਆ, ਵੀਡੀਓ CM ਨੇ ਵੀ ਦੇਖੀ ਹੋਣੀ ਆ, ਹੋਰ ਸਾਰੀ ਹਾਈ ਕਮਾਂਡ ਨੇ ਵੀ ਦੇਖੀ ਹੋਣੀ ਆ, ਜੇ ਉਹਨਾਂ ਨੂੰ ਲੱਗਦਾ ਵੀ ਇਹ ਦੋਸ਼ੀ ਨੇ, ਇਹ ਹੈਗੇ ਨੇ ਸੱਚਮੁੱਚ ਵੀਡੀਓ ਦੇ ਵਿੱਚ ਇਹ ਨੇ, ਫਿਰ ਉਹਨਾਂ ਨੂੰ ਇੰਨਾ ਜਿਹੜਾ ਹੈਗਾ ਇਸ ਮਸਲੇ ਨੂੰ ਉਲਝਾਉਣ ਦੀ ਕੀ ਲੋੜ ਸੀ? ਜਿਵੇਂ ਕਟਾਰੂ ਚੱਕ ਨੂੰ ਬਚਾ ਰਹੇ ਹੁੰਦੇ ਨੇ, ਜਿਵੇਂ ਕਿਤੇ ਨਾ ਕਿਤੇ ਜਿਹੜਾ ਹੈਗਾ ਪਿਛਲੇ ਦਰਵਾਜ਼ੇ ਰਾਹੀਂ ਉਹਨਾਂ ਨੂੰ ਬਚਾ ਕੇ ਲੰਘਾਇਆ ਜਾ ਰਿਹਾ। ਇੱਥੇ ਹੁਣ ਜਵਾਬਦੇਹੀ ਬਣਦੀ ਆ। CM ਸਾਹਿਬ ਕਹਿੰਦੇ ਨੇ, ਜਿਵੇਂ ਉਹਨਾਂ ਨੇ ਇੱਕ ਵਾਰੀ ਸੰਸਦ 'ਚ ਕਿਹਾ ਸੀ ਵਿਰੋਧੀ ਧਿਰ ਨੂੰ ਕਿ ਮੈਂ ਤੁਹਾਨੂੰ ਜਵਾਬ ਦੇ ਨਹੀਂ ਹਾਂ, ਮੈਂ ਪੰਜਾਬ ਦੇ ਲੋਕਾਂ ਨੂੰ ਜਵਾਬ ਦੇ ਹਾਂ ਜਿਨ੍ਹਾਂ ਨੇ ਮੈਨੂੰ CM ਬਣਾਇਆ। ਤਾਂ ਪੰਜਾਬ ਦੇ ਲੋਕ ਭਾਵੇਂ ਅਸਿੱਧੇ ਢੰਗ ਨਾਲ, ਭਾਵੇਂ ਸਿੱਧੇ ਢੰਗ ਨਾਲ ਮੀਡੀਆ ਦੇ ਰਾਹੀਂ ਜੇ ਪੁੱਛਦੇ ਨੇ ਵੀ ਉਹਨਾਂ ਨੂੰ ਬਚਾਇਆ ਕਿਉਂ ਜਾ ਰਿਹਾ, ਜਾਂ ਉਹਨਾਂ ਤੇ ਕੋਈ ਪ੍ਰਤੀਕਰਮ ਦਿਓ, ਕੋਈ ਆਪਣੀ ਸਟੇਟਮੈਂਟ ਦਿਓ, ਉਹ ਜੇ ਉਹ ਦੋਸ਼ੀ ਨੇ ਤਾਂ ਉਹਨਾਂ ਤੇ ਐਕਸ਼ਨ ਲਓ। ਉਸ ਤੋਂ ਬਾਅਦ ਤਾਂ ਉਹ ਮੁੰਡਾ ਵੀ ਮੀਡੀਆ ਦੇ ਸਾਹਮਣੇ ਆ ਗਿਆ ਸੀ, ਉਹਦੀ ਵੀਡੀਓ ਵਾਇਰਲ ਹੋਈ ਸੀ ਜਿਸ ਨਾਲ ਇਹ ਸ਼ੋਸ਼ਣ ਹੁੰਦਾ ਸੀ। ਤਾਂ ਇੱਥੇ ਜਿਹੜਾ ਹੈਗਾ ਕਿਤੇ ਨਾ ਕਿਤੇ ਇਹ ਲੱਗਦਾ ਹੈਗਾ ਵੀ ਉਹਨਾਂ ਨੂੰ ਜਾਂ ਤਾਂ ਬਚਾਇਆ ਜਾ ਰਿਹਾ ਜਾਂ ਫਿਰ CM ਸਾਹਿਬ ਦੀਆਂ ਕੋਈ ਮਜਬੂਰੀਆਂ ਨੇ ਕਿ ਉਹ ਹਲੇ ਐਕਸ਼ਨ ਕਿਉਂ ਨਹੀਂ ਲੈ ਰਹੇ। ਬਿਲਕੁਲ। ਇੱਕ ਹਰਜਿੰਦਰ ਹੋਰ ਵੀ ਹੈ ਨਾ ਗੱਲ ਇਹਦੇ ਵਿੱਚ। ਹੁਣ ਦੇਖੋ, ਜੇ ਰਾਜਪਾਲ ਨੇ ਅਲਟੀਮੇਟ ਸਮਾਂ ਵੀ ਦਿੱਤਾ, ਉਹਦੇ ਕੋਈ ਕਾਰਵਾਈ ਨਹੀਂ ਹੋਈ 1 ਮਹੀਨੇ ਦਾ ਮਗੇ। ਤੁਹਾਨੂੰ ਇਹ ਗੱਲ ਦਾ ਪਤਾ ਵੀ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਦਾ ਤੇ ਰਾਜਪਾਲ ਦਾ ਆਪਸ ਵਿੱਚ ਸੰਬੰਧ ਕਿਸ ਤਰੀਕੇ ਦੇ ਰਹੇ ਨੇ। ਦੂਜੇ ਪਾਸੇ ਗੱਲ ਕਰੀਏ ਕਿ ਉਹਦੇ ਪਿੱਛੇ ਵੀ BJP ਖੜੀ ਹੈ, ਇਸ ਮਸਲੇ ਦੇ ਉੱਤੇ BJP ਖੜੀ ਹੈ। BJP ਵੀ ਕਹਿ ਰਹੀ ਹੈ ਵੀ ਕਾਰਵਾਈ ਹੋਵੇ ਕਟਾਰੂ ਚੱਕ ਤੇ, ਪਰ ਜੇ ਇਸ ਦੇ ਮਾਮਲੇ ਤੇ ਜੇ ਕੋਈ ਕਾਰਵਾਈ ਨਹੀਂ ਹੁੰਦੀ ਤਾਂ ਭਗਵੰਤ ਸਿੰਘ ਮਾਨ ਵੀ ਜਵਾਬਦੇਹ ਹੋਣਾ ਪਵੇਗਾ ਤੇ ਦੂਸਰੇ ਪਾਸੇ ਰਾਜਪਾਲ ਨੂੰ ਦੂਜਾ ਜਿਹੜਾ ਰਸਤਾ ਅਖਤਿਆਰ ਕਰਨਾ ਪਊਗਾ ਇਸ ਮਸਲੇ ਨੂੰ ਲੈ ਕੇ, ਕਿਉਂਕਿ ਇਹ ਮਸਲਾ ਠੰਡੇ ਵਾਸਤੇ ਦੇ ਵਿੱਚ ਪੈਣ ਵਾਲਾ ਨਹੀਂ ਹੈ। ਠੰਡੇ ਵਾਸਤੇ ਦੇ ਵਿੱਚ ਪੈਣ ਵਾਲਾ ਮਸਲਾ ਤਾਂ ਪਰਮਿੰਦਰ ਜੀ ਆਪਾਂ ਨੂੰ ਪਤਾ ਨਹੀਂ ਹੈ, ਔਰ ਇਹ ਮਸਲਾ ਭਖਿਆ ਇੰਨਾ ਜ਼ਿਆਦਾ ਤਾਂ ਕਿ ਇੱਕ ਐਕਸ਼ਨ ਤਾਂ ਲੈਣਾ ਪੈਣਾ। ਦੂਸਰੀ ਗੱਲ, ਤੁਸੀਂ ਕਿਹਾ ਇੱਕ ਸਮਾਂ ਹੁੰਦਾ, ਰਾਜਪਾਲ ਇੱਕ ਸਮਾਂ ਦਿੰਦਾ। ਅਗਰ ਉਸ ਸਮੇਂ ਦੇ ਵਿੱਚ ਕੋਈ ਕਾਰਵਾਈ ਨਹੀਂ ਹੁੰਦੀ ਤਾਂ ਕੁਦਰਤੀ ਆ ਕਿ ਰਾਜਪਾਲ ਨੂੰ ਉੱਪਰ ਆਪਦੇ ਸੀਨੀਅਰ ਗ੍ਰਹਿ ਮੰਤਰੀ ਨਾਲ ਜਾਂ PM ਨਾਲ ਜਾਂ ਹੋ ਸਕਦਾ ਕਿਸੇ ਹੋਰ ਸੀਨੀਅਰ ਨਾਲ ਮਸਲੇ ਡਿਸਕਸ ਕਰਨੇ ਪੈਣ, ਉਹਨਾਂ ਦੀ ਦਖਲਅੰਦਾਜ਼ੀ ਮੰਗਣੀ ਪਵੇ, ਠੀਕ ਹੈ ਨਾ। ਪਰ ਇਹਦੇ ਵਿੱਚ ਦੂਸਰਾ ਇੱਕ ਪੱਖ ਹੋਰ ਦੇਖਣ ਵਾਲਾ ਕਿ ਇਲੈਕਸ਼ਨ ਲੰਘ ਗਏ, ਜਿਮਨੀ ਚੋਣ ਜਲੰਧਰ ਵਾਲੀ, ਇਸ ਗੱਲ ਨੂੰ ਮੈਂ ਰਾਹੁਲ ਗਾਂਧੀ ਦੀ ਮੀਟਿੰਗ ਨਾਲ ਜੋੜ ਕੇ ਵੇਖ ਰਿਹਾ। ਹੁਣ SIT ਬਣਾਤੀ ਆ, ਉਸ ਤੋਂ ਬਾਅਦ ਕਾਂਗਰਸ ਦੀ ਪੰਜਾਬ ਦੇ ਲੀਡਰ ਬਿਲਕੁਲ ਚੁੱਪ ਕਰ ਗਏ ਨੇ। ਨਾ ਵਿਰੋਧੀ ਧਿਰ ਦੇ ਲੀਡਰ ਬਾਜਵਾ ਸਾਹਿਬ ਦਾ ਕੋਈ ਬਿਆਨ ਆਇਆ, ਨਾ ਕਿਸੇ ਹੋਰ ਲੀਡਰ ਦਾ। ਈਵਨ ਕਿ ਜੇ ਐਡਾ ਵੱਡਾ ਮਸਲਾ ਹੈ
ਤਾਂ ਉਹਨਾਂ ਨੂੰ ਕਿਤੇ ਨਾ ਕਿਤੇ ਚਾਹੀਦਾ ਵੀ ਵਿਰੋਧੀ ਧਿਰ ਨੂੰ ਵੀ ਆਪਾਂ ਇਸ ਨੂੰ ਗਰਮਾਈਏ, ਇਹਦੇ ਤੇ ਕੋਈ ਧਰਨਾ ਪ੍ਰਦਰਸ਼ਨ ਹੋਣਾ ਚਾਹੀਦਾ, ਇਹਦੇ ਤੇ ਸਰਕਾਰ ਨੂੰ ਘੇਰਨਾ ਚਾਹੀਦਾ। ਹੋ ਸਕਦਾ ਪੰਜਾਬ ਦੀ ਲੀਡਰਸ਼ਿਪ ਇਸ ਕਰਕੇ ਚੁੱਪ ਕਰ ਗਈ ਹੋਵੇ ਵੀ ਆਪਾਂ ਕਿਹੜਾ ਇਸ ਮਸਲੇ ਤੇ ਹੁਣ ਇੱਕ ਵਾਰੀ ਅੱਖਾਂ ਮੀਚ ਲਓ ਵੀ, ਕਿਉਂਕਿ ਉਧਰ ਰਾਹੁਲ ਗਾਂਧੀ ਨਾਲ ਮੀਟਿੰਗ ਵੀ ਚੱਲ ਰਹੀ ਆ। ਠੀਕ ਹੈ ਨਾ, ਤਾਂ ਦੋਨੇ ਕੜੀਆਂ ਨੂੰ ਜੋੜ ਕੇ ਦੇਖਣਾ ਬਣਦਾ ਵੀ ਠੀਕ ਹੈ SIT ਬਣਾਤੀ ਸਰਕਾਰ, ਹੌਲੀ ਹੌਲੀ ਜੀ ਐਕਸ਼ਨ ਲੈਣਾ ਹੋਊਗਾ। ਮੈਨੂੰ ਤਾਂ ਇਹ ਲੱਗਦਾ ਕਿਤੇ ਆਉਣ ਵਾਲੇ ਦਿਨਾਂ ਦੇ ਵਿੱਚ ਕਟਾਰੂ ਚੱਕ ਤੇ ਕੋਈ ਵੱਡਾ ਜਿਹੜੀ ਹੈਗੀ ਕਾਰਵਾਈ ਨਾ ਹੋ ਜੇ, ਕਟਾਰੂ ਚੱਕ ਨੂੰ ਵਾਪਸ ਜਿਹੜਾ ਜੇਲ੍ਹ ਆ ਭੇਜਿਆ ਜਾ ਸਕੇ, ਕਾਨੂੰਨੀ ਕਾਰਵਾਈ ਵੀ ਕਟਾਰੂ ਚੱਕ ਤੇ ਹੋ ਸਕਦੀ ਹੈ। ਬਿਲਕੁਲ, ਜਿਸ ਤਰ੍ਹਾਂ ਦੇ ਆਰੋਪ ਉਹਦੇ ਤੇ ਹੈਗੇ ਨੇ, ਜੋ ਵੀਡੀਓ ਦੇ ਵਿੱਚ ਜਾਂਚ ਦੇ ਦਰਮਿਆਨ ਸਾਹਮਣੇ ਆਇਆ, ਤਾਂ ਉਹਦੇ ਤੇ ਤਾਂ ਕਾਰਵਾਈ ਬਣਦੀ ਹੀ ਆ। ਸਰਕਾਰ ਕਦੋਂ ਕਾਰਵਾਈ ਕਰਦੀ ਆ, ਕਦੋਂ ਸਰਕਾਰ ਤੇ ਪ੍ਰੈਸ਼ਰ ਬਣਦਾ, ਇਹ ਦੇਖਣਾ ਬਣਦਾਗਾ ਕਿ ਹੁਣ ਸਰਕਾਰ ਕਦੋਂ ਕਾਰਵਾਈ ਕਰੇਗੀ। ਬਹੁਤ ਬਹੁਤ ਧੰਨਵਾਦ, ਇੰਨਾ ਆਪਾਂ ਗੱਲਬਾਤ ਕੀਤੀ, ਸਮਾਂ ਦਿੱਤਾ। ਸ਼ੁਕਰੀਆ ਪਰਵਿੰਦਰ, ਬਹੁਤ ਮਿਹਰਬਾਨੀ। ਜੀ ਧੰਨਵਾਦ।